ਕੋਈ ਸ਼ੱਕ ਨਹੀਂ ਹੈ ਕਿ ਨਸਲਕੁਸ਼ੀ ਜਿਹੜੀ ਹੈ ਉਹ ਸਰੀਰਕ ਤੌਰ ਤੇ ਵੀ ਹੁੰਦੀ ਹੈ, ਉਹ ਮਾਨਸਿਕ ਤੌਰ ਤੇ ਵੀ ਹੁੰਦੀ ਹੈ, ਉਹ ਇੱਕ ਸੰਗਠਿਤ ਕੌਮੀਅਤ ਦੀ ਵੀ ਹੁੰਦੀ ਹੈ, ਇੱਕ ਖਾਸ ਖਿੱਤੇ ਦੇ ਲੋਕਾਂ ਦੀ ਵੀ ਹੁੰਦੀ ਹੈ, ਇੱਕ ਖਾਸ ਨਸਲ ਦੇ ਲੋਕਾਂ ਦੀ ਵੀ ਹੁੰਦੀ ਹੈ। ਪਰ ਨਸਲਕੁਸ਼ੀ ਦੇ ਪਿੱਛੇ ਜਿਹੜੀਆਂ ਮੂਲ ਭਾਵਨਾਵਾਂ ਨਸਲਕੁਸ਼ੀ ਕਰਨ ਵਾਲੀ ਧਿਰ ਦੀਆਂ ਨੇ, ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਈ ਵਾਰੀ ਤਾਂ ਉਹਨਾਂ ਦੀਆਂ ਭਾਵਨਾਵਾਂ ਇਹ ਹੁੰਦੀਆਂ ਨੇ ਕਿ ਕਿਸੇ ਕੌਮੀਅਤ ਦੀ ਸੰਗਠਿਤ ਨਸਲਕੁਸ਼ੀ ਕਰਕੇ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਦੇ ਕੋਲ ਜਿਹੜੀ ਰਾਜ ਨੂੰ ਲੈਣ ਦੀ ਸਮਰੱਥਾ ਹੈ ਉਹਨੂੰ ਖੋਹ ਲਿਆ ਜਾਵੇ। ਕਈ ਵਾਰੀ ਇਸ ਨਸਲਕੁਸ਼ੀ ਦਾ ਕਹਿ ਸਕਦੇ ਇੱਕ ਰੂਪ ਇਵੇਂ ਦਾ ਹੁੰਦਾ ਹੈ ਕਿ ਨਸਲਕੁਸ਼ੀ ਦੇ ਵਿੱਚ ਬਹੁਤ ਲੋਕ ਪ੍ਰਭਾਵਿਤ ਨਹੀਂ ਹੁੰਦੇ, ਪਰ ਇੱਕ ਖਾਸ ਪਰਿਵਾਰ ਜਾਂ ਇੱਕ ਖਾਸ ਲੀਡਰਸ਼ਿਪ ਪ੍ਰਭਾਵਿਤ ਹੁੰਦੀ ਹੈ, ਜਿਹੜੀ ਬਹੁਤ ਸਾਰੇ ਸੰਗਠਿਤ ਲੋਕਾਂ ਦੀ ਨੁਮਾਇੰਦਗੀ ਕਰਨ ਦੀ ਸਮਰੱਥਾ ਰੱਖਦੀ ਹੈ, ਤੇ ਜਿਹਦੇ ਕੋਲ ਇਹ ਸਮਰੱਥਾ ਵੀ ਹੁੰਦੀ ਹੈ ਕਿ ਉਹ ਆਪਣੀ ਗਵਾਚੀ ਹੋਈ ਕੌਮੀਅਤ ਦਾ ਰਾਜ ਦੁਬਾਰਾ ਪ੍ਰਾਪਤ ਕਰਨ ਦੇ ਸਮਰੱਥ ਹੈ। ਸੋ ਜਦੋਂ ਅਸੀਂ ਜੀਨੋਸਾਈਡ ਸ਼ਬਦ ਨੂੰ ਵੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਇਹਨੂੰ ਮੂਲ ਰੂਪ ਦੇ ਵਿੱਚ ਵੇਖਣਾ ਪਵੇਗਾ, ਕਿਉਂਕਿ ਦੋ ਵੱਖ-ਵੱਖ ਭਾਸ਼ਾਵਾਂ ਦੇ ਵਿੱਚੋਂ ਇਹ ਸ਼ਬਦ ਆਇਆ ਹੈ। ਜਿਹੜਾ ਪਹਿਲਾ ਸ਼ਬਦ ਜੀਨੋ ਹੈ ਉਹ ਆਇਆ ਹੈ ਗ੍ਰੀਕ ਭਾਸ਼ਾ ਦੇ ਵਿੱਚੋਂ, ਜਿਹੜਾ ਸਾਈਡ ਸ਼ਬਦ ਹੈ ਉਹ ਲੈਟਿਨ ਦੇ ਵਿੱਚੋਂ ਆਇਆ, ਲਤੀਨੀ ਭਾਸ਼ਾ ਦੇ ਵਿੱਚੋਂ ਆਇਆ। ਇਸੇ ਤਰ੍ਹਾਂ ਦੇ ਨਾਲ ਬੇਸ਼ੱਕ ਕਿ ਲਤੀਨੀ ਭਾਸ਼ਾ ਚੋਂ ਆਇਆ ਜਿਹੜਾ ਇਹ ਸ਼ਬਦ ਹੈ, ਜਿਹੜਾ ਕਹਿ ਸਕਦੇ ਹੋ ਕਿ ਪਿਛੇਤਰ ਹੈ ਸਾਈਡ, ਇਸ ਦਾ ਅਰਥ ਖਤਮ ਕਰਨ ਵਾਲਾ ਹੈ। ਜਦੋਂ ਮਨੁੱਖ ਆਪਣੇ ਆਪ ਨੂੰ ਖਤਮ ਕਰਦਾ ਹੈ ਅਸੀਂ ਸੁਸਾਈਡ ਕਹਿ ਦਿੰਦੇ ਹਾਂ। ਇਹ ਸਾਰੇ ਲਤੀਨੀ ਭਾਸ਼ਾ ਚੋਂ ਆਏ ਸ਼ਬਦ ਨੇ। ਇੱਥੋਂ ਤੱਕ ਕਿ ਅਸੀਂ ਫਸਲ ਦੇ ਵਿੱਚ ਨਦੀਨਨਾਸ਼ਕ ਕੋਈ ਦਵਾਈ ਵਰਤਦੇ ਹਾਂ ਜਾਂ ਫਿਰ ਜੀਵ ਜੰਤੂਆਂ ਨੂੰ ਮਾਰਨ ਵਾਸਤੇ ਕੋਈ ਦਵਾਈ ਵਰਤਦੇ ਹਾਂ, ਅਸੀਂ ਕਦੀ ਉਸਨੂੰ ਪੈਸਟੀਸਾਈਡ, ਹਰਬੀਸਾਈਡ ਜਾਂ ਇਨਸੈਕਟੀਸਾਈਡ ਇਹਨਾਂ ਦਵਾਈਆਂ ਦੇ ਨਾਮ ਲੈਂਦੇ ਹਾਂ। ਕੋਈ ਬੰਦਾ ਬੰਦੇ ਨੂੰ ਕਤਲ ਕਰ ਦਿੰਦਾ, ਉੱਥੇ ਅਸੀਂ ਹੋਮੀਸਾਈਡ ਸ਼ਬਦ ਜਿਹੜਾ ਉਹ ਵੀ ਵਰਤਦੇ ਹਾਂ। ਪਰ ਜੀਨੋਸਾਈਡ ਸ਼ਬਦ ਜਿਹੜਾ ਇਹ ਆਪਣੇ ਆਪ ਦੇ ਵਿੱਚ ਕਹਿ ਸਕਦੇ ਹੋ ਕਿ ਇੱਕ ਬਹੁਤ ਵੱਡੀ ਪਰਿਭਾਸ਼ਾ ਨੂੰ ਆਪਣੇ ਆਪ ਵਿੱਚ ਸਮਾ ਲੈਂਦਾ ਹੈ। ਬੇਸ਼ੱਕ ਕਿ ਜਿਹੜੇ ਖੋਜਕਾਰ ਨੇ ਉਹਨਾਂ ਦੇ ਮੁਤਾਬਕ ਇਸ ਸ਼ਬਦ ਦੀ ਸਭ ਤੋਂ ਪਹਿਲੀ ਜਿਹੜੀ ਵਰਤੋਂ ਹੈ ਉਹ ਜਿਹੜਾ ਇੱਕ ਰਾਫਾਲ ਲੈਮਕਿਨ ਨਾਮ ਦਾ ਲੇਖਕ ਸੀ, ਜਿਸ ਨੇ ਯਹੂਦੀ ਕਤਲੇਆਮ ਦੇ ਉੱਪਰ ਆਪਣੀ ਇੱਕ ਕਿਤਾਬ ਲਿਖੀ ਸੀ, ਦਾ ਐਕਸਿਸ ਰੂਲ ਇਨ ਆਕੂਪਾਈਡ ਯੂਰਪ, ਤੇ ਉਸ ਕਿਤਾਬ ਦੇ ਵਿੱਚ ਜੀਨੋਸਾਈਡ ਸ਼ਬਦ ਜਿਹੜਾ ਉਹਦੀ ਵਰਤੋਂ ਕੀਤੀ ਸੀ। ਤੇ ਇਹਦਾ ਜਿਹੜਾ ਅਰਥ ਇਹ ਬਣਦਾ ਸੀ ਕਿ ਇਸ ਤਰ੍ਹਾਂ ਦਾ ਕਤਲੇਆਮ ਜਿਹਦੇ ਵਿੱਚ ਕਤਲ ਕਰਨ ਵਾਲੇ ਵਿਅਕਤੀ ਦੀ ਮਨਸ਼ਾ ਇਸ ਤਰ੍ਹਾਂ ਦੀ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੀੜਤ ਧਿਰ ਹੈ ਉਹਦੇ ਵਿੱਚੋਂ ਕੋਈ ਵੀ ਜਿਉਂਦਾ ਵਿਅਕਤੀ ਉੱਠ ਕੇ ਆਪਣੇ ਰਾਜ ਦਾ ਜਾਂ ਆਪਣੇ ਖੁੱਸੇ ਹੋਏ ਅਧਿਕਾਰਾਂ ਦਾ ਦਾਅਵਾ ਨਾ ਕਰ ਸਕੇ। ਸੋ ਇਸ ਨੂੰ ਅਸੀਂ ਪੰਜਾਬੀ ਦੇ ਵਿੱਚ ਨਸਲਕੁਸ਼ੀ ਸ਼ਬਦ ਦੇ ਨਾਲ ਪਰਿਭਾਸ਼ਿਤ ਕਰਦੇ ਹਾਂ। ਜੇਕਰ ਅਸੀਂ ਸਿੱਖ ਇਤਿਹਾਸ ਦੇ ਵਿੱਚ ਵੀ ਵੇਖੀਏ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਵੇਲੇ ਮੀਰ ਮਨੂੰ ਸਿੱਖ ਬੀਬੀਆਂ ਨੂੰ ਲਾਹੌਰ ਦੇ ਵਿੱਚ ਕੈਦ ਕਰਦਾ ਹੈ ਤੇ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਦਾ ਕਤਲੇਆਮ ਕਰਦਾ ਹੈ, ਤਾਂ ਉਸ ਵੇਲੇ ਵੀ ਕਾਜ਼ੀ ਅਬਦੁਲ ਸਮਦ ਖਾਨ ਜਿਹੜਾ ਹੈ ਉਹਦੀ ਸ਼ਬਦਾਵਲੀ ਬਿਲਕੁਲ ਇਸ ਤਰ੍ਹਾਂ ਦੀ ਹੈ ਕਿ ਤੁਹਾਡਾ ਬੀਨਾਸ਼ ਕਰ ਦੇਣਾ, ਤੁਹਾਡੀ ਨਸਲ ਖਤਮ ਕਰ ਦੇਣੀ ਹੈ। ਸੋ ਜਿੱਥੇ ਜਿਹੜਾ ਕਤਲੇਆਮ ਕਰਨ ਵਾਲੀ ਧਿਰ ਹੈ, ਜਿੱਥੇ ਉਹਦੀ ਮਾਨਸਿਕਤਾ ਇਹ ਹੁੰਦੀ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਦੀ ਕਹਿ ਸਕਦੇ ਹੋ ਕਿ ਨਸਲ ਖਤਮ ਕਰਨੀ ਹੈ, ਕਿਸੇ ਕੌਮੀਅਤ ਦੀ, ਕਿਸੇ ਸਮੂਹ ਦੀ, ਕਿਸੇ ਖਿੱਤੇ 'ਚ ਰਹਿ ਰਹੇ ਲੋਕਾਂ ਦੀ, ਕਿਸੇ ਸੱਭਿਆਚਾਰ ਦੀ, ਕਿਸੇ ਸੱਭਿਅਤਾ ਦਾ ਜਦੋਂ ਬੀਜ ਨਾਸ਼ ਕਰਨਾ ਹੈ, ਉਦੋਂ ਇਹ ਸ਼ਬਦ ਜਿਹੜਾ ਨਸਲਕੁਸ਼ੀ ਵਰਤਿਆ ਜਾਂਦਾ ਹੈ। ਜੇ ਇਹਦਾ ਇੱਕ ਹੋਰ ਰੂਪ ਵੇਖਣਾ ਹੋਵੇ ਤਾਂ ਮੈਨੂੰ ਕਈ ਵਾਰੀ ਖੈਰ ਉਸਨੂੰ ਅਸੀਂ ਪ੍ਰਭਾਸ਼ਿਤ ਨਹੀਂ ਕਰ ਸਕਦੇ, ਪਰ ਵਿਚਾਰ ਕਰਨ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਗੁਨਾਹ ਨਹੀਂ ਹੈ ਜਿਸ ਨੂੰ ਉਸ ਰੂਪ 'ਚ ਵੇਖਿਆ ਜਾਵੇ। ਸ਼ੇਰੇ ਪੰਜਾਬ ਮਹਾਰਾਜਾ ਦਲੀਪ ਸਿੰਘ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦਾ ਪਰਿਵਾਰ। ਹੁਣ ਜਦੋਂ ਤੁਸੀਂ ਉਸ ਪਰਿਵਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਵੇਖੋਗੇ ਕਿ ਸੋਫੀਆ ਦਲੀਪ ਸਿੰਘ ਤੱਕ ਜਾਂ ਅੱਗੇ ਪਰਿਵਾਰ ਜਿਹੜਾ ਕਿਸ ਤਰ੍ਹਾਂ ਖਤਮ ਹੁੰਦਾ ਹੈ, ਤਾਂ ਖੁਦ ਬਖੁਦ ਤੁਹਾਡੀ ਮਾਨਸਿਕਤਾ ਦੇ ਵਿੱਚ ਇੱਕ ਗੱਲ ਆਵੇਗੀ ਕਿ ਕਿਤੇ ਨਾ ਕਿਤੇ ਇੱਕ ਬਹੁਤ ਵੱਡੇ ਕਹਿ ਸਕਦੇ ਹੋ ਕਿ ਇੱਕ ਢਾਂਚੇ ਦੀ ਇੱਕ ਸਾਜ਼ਿਸ਼ ਹੈ ਜਿਹਦੇ ਵਿੱਚ ਉਹ ਸਾਰਾ ਪਰਿਵਾਰ ਅੱਗੇ ਚੱਲ ਹੀ ਨਹੀਂ ਸਕਿਆ। ਹੁਣ ਉਹ ਜਿਹੜਾ ਪਰਿਵਾਰ ਹੈ, ਉਹ ਪਰਿਵਾਰ ਦਲੀਪ ਸਿੰਘ ਤੋਂ ਲੈ ਕੇ ਜਾਂ ਅਗਲੀਰੀ ਉਹਦੀ ਪੀੜ੍ਹੀ ਦੀ ਗੱਲ ਕਰੀਏ ਤਾਂ ਉਹ ਸਮੂਹਿਕ ਕੌਮ ਦੇ ਵਿੱਚ ਜਿਹੜਾ ਉਹਨਾਂ ਦਾ ਪ੍ਰਭਾਵ ਹੈ ਉਹ ਕੌਮ ਦੇ ਸੰਗਠਿਤ ਢਾਂਚੇ ਦੇ ਗਏ ਹੋਏ ਰਾਜ ਨੂੰ ਵਾਪਸ ਲਿਆਉਣ ਦੀ ਸਮਰੱਥਾ ਜਾਂ ਕਹਿ ਸਕਦੇ ਹੋ ਸੰਘਰਸ਼ ਕਰਨ ਦੀ ਸਮਰੱਥਾ ਤਾਂ ਰੱਖਦਾ ਹੈ।
ਸੋ ਇਸ ਤਰ੍ਹਾਂ ਦੇ ਨਾਲ ਮੇਰਾ ਕਹਿਣ ਤੋਂ ਭਾਵ ਇਹ ਸੀ ਕਿ ਜਿਹੜੀ ਨਸਲਕੁਸ਼ੀ ਹੁੰਦੀ ਹੈ ਉਹ ਕੇਵਲ ਇਸ ਰੂਪ ਦੇ ਵਿੱਚ ਹੀ ਨਹੀਂ ਹੁੰਦੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਘਾਣ ਹੀ ਕਰ ਦਿੱਤਾ ਜਾਵੇ। ਮਾਨਸਿਕ ਘਾਣ, ਇੱਕ ਖਾਸ ਅਗਵਾਈ ਕਰਨ ਵਾਲੇ ਲੀਡਰ ਦੀ ਨਸਲਕੁਸ਼ੀ, ਜਾਂ ਫਿਰ ਕੌਮਾਂ ਦਾ ਕਹਿ ਸਕਦੇ ਹੋ ਕਿ ਸੰਗਠਿਤ ਰੂਪ 'ਚ ਜਿਹੜਾ ਕਤਲੇਆਮ ਹੈ, ਜਿੱਥੇ ਮਨਸ਼ਾ ਇਹ ਹੋਵੇ ਕਿ ਇਹਨਾਂ ਦੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਰਾਜ ਦੀ ਜਾਂ ਅਧਿਕਾਰਾਂ ਦੀ ਗੱਲ ਨਾ ਕਰ ਸਕੇ, ਉਸ ਦੇ ਬਾਰੇ ਸ਼ਬਦ ਜਿਹੜਾ ਇਹ ਨਸਲਕੁਸ਼ੀ ਜਾਂ ਜੀਨੋਸਾਈਡ ਸ਼ਬਦ ਜਿਹੜਾ ਉਹ ਵਰਤਿਆ ਜਾਂਦਾ ਹੈ। ਜਦੋਂ ਅਸੀਂ ਕੈਨੇਡਾ ਦੇ ਇੰਡੀਜੀਨਸ ਜਿਹੜੇ ਲੋਕ ਨੇ, ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਵੈਸੇ ਤਾਂ ਸਾਡੇ ਸਾਹਮਣੇ ਪੱਛਮੀ ਲੋਕਾਂ ਦੇ ਵੱਲੋਂ ਜਾਂ ਪੱਛਮੀ ਜਿਹੜੀ ਸੱਭਿਅਤਾ ਹੈ ਇਹਦੇ ਵੱਲੋਂ ਧਰਮ ਦੇ ਨਾਮ ਅਧੀਨ ਆਪਣੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਬਹੁਤ ਸਾਰੇ ਹੋਰ ਖਿੱਤਿਆਂ ਦੇ ਵਿੱਚ ਕੀਤੇ ਗਏ ਕਤਲੇਆਮ ਜਾਂ ਲੋਕਾਂ ਦੇ ਉੱਪਰ ਕੀਤੇ ਜਿਹੜੇ ਜ਼ੁਲਮ ਨੇ, ਚਾਹੇ ਉਹ ਨਿਊਜ਼ੀਲੈਂਡ ਦੇ ਵਿੱਚ ਮੌਰੀ ਲੋਕਾਂ ਦੇ ਉੱਪਰ ਕੀਤੇ ਜ਼ੁਲਮ ਹੋਣ, ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਐਬੋਰੀਜਨਲ ਦੇ ਉੱਪਰ ਕੀਤੇ ਹੋਣ, ਜਾਂ ਫਿਰ ਅਮਰੀਕਾ ਦੇ ਜਿਸ ਨੂੰ ਨੇਟਿਵ ਅਮਰੀਕਨ ਕਿਹਾ ਜਾਂਦਾ ਹੈ ਜਿਹੜੇ ਰੈੱਡ ਇੰਡੀਅਨ ਸੀ ਉਹਨਾਂ ਦੀ ਵਾਰਤਾ ਹੋਵੇ, ਤੇ ਜਾਂ ਫਿਰ ਕੈਨੇਡਾ ਦੇ ਵਿੱਚ ਹੁਣ ਜਿਹੜੇ ਸਬੂਤ ਸਾਹਮਣੇ ਆ ਰਹੇ ਨੇ ਚਾਹੇ ਉਹਨਾਂ ਦੀ ਵਾਰਤਾਲਾਪ ਹੋਵੇ। ਉਹਦੇ ਵਿੱਚ ਇੱਕ ਗੱਲ ਤੁਸੀਂ ਬੜੀ ਸਾਂਝੀ ਵੇਖੋਗੇ, ਉਹ ਸਾਂਝੀ ਗੱਲ ਚਾਹੇ ਆਰੀਅਨਾਂ ਦਾ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਦਰਾਵੜਾਂ ਦੇ ਉੱਪਰ ਵੀ ਚਾਹੇ ਕਹਿ ਸਕਦੇ ਹੋ ਕਿ ਹਮਲਾਵਰ ਹੋਣ ਦੇ ਵਿੱਚ ਇੱਕ ਖਾਸ ਜਿਹੜਾ ਬਰਤਾਂਤ ਸਿਰਜਿਆ ਜਾਂਦਾ ਹੈ, ਉਹ ਹਰ ਥਾਂ ਦੇ ਉੱਪਰ ਤੁਹਾਨੂੰ ਇੱਕ ਮਿਲੇਗਾ। ਜਿਸ ਤਰ੍ਹਾਂ ਇੱਕ ਜਰਮਨ ਦੇ ਫਿਲਾਸਫਰ ਨੇ ਬੜੀ ਵਧੀਆ ਗੱਲ ਕੀਤੀ ਹੈ ਨਾ ਕਿ ਗਿਵ ਏ ਡੌਗ ਏ ਬੈਡ ਨੇਮ ਐਂਡ ਹੈਂਗ ਹਿਮ, ਕਿ ਕਿਸੇ ਨੂੰ ਪਹਿਲਾਂ ਬਹੁਤ ਬੁਰਾ ਸਾਬਿਤ ਕਰ ਦਿਓ ਤੇ ਉਸ ਬੁਰਾਈ ਦੇ ਨਾਮ ਅਧੀਨ ਉਸ ਨੂੰ ਸਜ਼ਾ ਦੇ ਦਿਓ। ਤੁਸੀਂ ਨਿਊਜ਼ੀਲੈਂਡ ਦੇ ਮੌਰੀ ਲੋਕਾਂ ਦੇ ਬਾਰੇ ਵੇਖੋ, ਜਾਂ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਆਰੀਅਨ ਲੋਕ ਦਰਾਵੜਾਂ ਨੂੰ ਰਾਖਸ਼ ਦੇ ਰੂਪ 'ਚ ਪੇਸ਼ ਕਰਦੇ ਨੇ ਕਿ ਇਹ ਬੰਦਾ ਖਾ ਜਾਂਦੇ ਸੀ। ਕਿਸੇ ਵੀ ਕੌਮ ਦੀ ਜਦੋਂ ਨਸਲਕੁਸ਼ੀ ਕਰਨੀ ਹੁੰਦੀ ਹੈ ਤਾਂ ਉਹਨਾਂ ਸਮਿਆਂ ਦੇ ਵਿੱਚ ਪਹਿਲਾ ਬਰਤਾਂਤ ਇਹੀ ਸਿਰਜਿਆ ਜਾਂਦਾ ਸੀ ਕਿ ਇਹ ਮਨੁੱਖਤਾ ਵਾਸਤੇ ਖਤਰਨਾਕ ਨੇ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਉਦਾਹਰਨ ਦਿੱਤੀ ਹੈ ਕਿ ਕੁੱਤੇ ਨੂੰ ਹਲਕਾ ਕਹਿ ਕੇ ਕਿ ਕੁੱਤੇ ਨੂੰ ਹਲਕਾ ਹੋ ਗਿਆ, ਇਹ ਕਹਿ ਕੇ ਮਾਰਨਾ ਬੜਾ ਸੌਖਾ ਹੁੰਦਾ। ਇਸੇ ਤਰ੍ਹਾਂ ਜਿਹੜੀਆਂ ਕੌਮੀਅਤਾਂ ਖਤਮ ਕੀਤੀਆਂ ਗਈਆਂ ਨੇ, ਉਹਨਾਂ ਕੌਮੀਅਤਾਂ ਦੇ ਬਾਰੇ ਮਨੁੱਖਤਾ ਦੇ ਵਿਰੋਧ ਦੇ ਵਿੱਚ ਇੱਕ ਪ੍ਰਭਾਵ ਜਿਹੜਾ ਸਿਰਜਿਆ ਜਾਂਦਾ ਸੀ ਕਿ ਇਹ ਲੋਕ ਤਾਂ ਬੰਦੇ ਨੂੰ ਮਾਰ ਕੇ ਖਾ ਜਾਂਦੇ ਨੇ। ਤੇ ਓਬਵੀਅਸਲੀ ਜਦੋਂ ਤੁਹਾਡੀ ਮਾਨਸਿਕਤਾ ਦੇ ਵਿੱਚ ਕਿਸੇ ਹੋਰ ਜਾਤੀ ਦੇ ਪ੍ਰਤੀ ਇਹ ਭਾਵ ਪੈਦਾ ਹੋ ਜਾਣਗੇ ਕਿ ਫਲਾਣੇ ਤਾਂ ਬੰਦੇ ਨੂੰ ਮਾਰ ਕੇ ਖਾ ਜਾਂਦੇ ਨੇ, ਤਾਂ ਤੁਹਾਨੂੰ ਕਤਲ ਕਰਨ ਦੇ ਵਿੱਚ ਕਿਸੇ ਤਰ੍ਹਾਂ ਦਾ ਰੰਜ ਜਾਂ ਉਹਦੇ ਤੋਂ ਬਾਅਦ ਦੇ ਵਿੱਚ ਕਹਿ ਸਕਦੇ ਹੋ ਕਿ ਕਿਸੇ ਵੀ ਤਰ੍ਹਾਂ ਦਾ ਪਛਤਾਵਾ ਜਿਹੜਾ ਉਹ ਜਨਮ ਨਹੀਂ ਲਵੇਗਾ। ਸੋ ਪਹਿਲੀ ਗੱਲ ਤੇ ਇਹ ਕਿ ਇਹ ਲੋਕ ਮਨੁੱਖ ਦੀ ਮਾਨਸਿਕਤਾ ਨੂੰ ਇਸ ਤਰ੍ਹਾਂ ਦੇ ਨਾਲ ਤਿਆਰ ਕਰਦੇ ਸੀ। ਦੂਸਰੀ ਗੱਲ ਕਿ ਬੇਸ਼ੱਕ ਹੁਣ ਕੈਨੇਡਾ ਨੇ ਆਪਣਾ, ਜਿਹਨੂੰ ਕੈਨੇਡਾ ਡੇ ਕਹਿੰਦੇ ਨੇ, ਆਪਣਾ ਦਿਹਾੜਾ ਮਨਾਉਂਦੇ ਨੇ ਕਿਉਂਕਿ 1 ਜੁਲਾਈ 1867 ਨੂੰ ਬਹੁਤ ਸਾਰੇ ਜਿਹੜੇ ਹੋਰ ਖਿੱਤੇ ਸੀ ਉਹਨਾਂ ਨੇ ਮਿਲ ਕੇ ਜਿਹੜਾ ਸੀਗਾ ਉਹ ਸੰਯੁਕਤ ਰਾਜਾਂ ਦੇ ਰੂਪ ਜਿਹੜੀ ਕੈਨੇਡਾ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਤੇ ਉਹ ਦਿਵਸ ਮਨਾਇਆ ਜਾਣਾ ਸੀ। ਉਸ ਮੌਕੇ ਦੇ ਉੱਪਰ ਖਾਸ ਕਰਕੇ ਉਹਨਾਂ ਸਮਿਆਂ ਦੇ ਵਿੱਚ, ਜਿਨ੍ਹਾਂ ਸਮਿਆਂ ਦੇ ਵਿੱਚ ਇਹਨਾਂ ਪੱਛਮੀ ਲੋਕਾਂ ਨੇ ਉਹਨਾਂ ਖਿੱਤਿਆਂ ਦੇ ਉੱਪਰ ਕਬਜ਼ਾ ਕੀਤਾ ਤੇ ਉੱਥੋਂ ਦੇ ਜਿਹੜੇ ਮੂਲ ਵਸਨੀਕ ਸੀ ਉਹਨਾਂ ਨੂੰ ਧਾਰਮਿਕ ਵਿੱਦਿਆ ਦੇ ਨਾਮ ਅਧੀਨ ਖਤਮ ਕਿਸ ਤਰ੍ਹਾਂ ਕੀਤਾ ਗਿਆ, ਉਹਨਾਂ ਦੀ ਪੀੜ੍ਹੀ ਨੂੰ ਕਿਵੇਂ ਖਤਮ ਕੀਤਾ ਗਿਆ, ਹੁਣ ਬਹੁਤ ਸਾਰੇ ਸਬੂਤ ਜਿਹੜੇ ਨੇ ਉਹ ਸਾਡੇ ਸਾਹਮਣੇ ਆਉਂਦੇ ਜਾ ਰਹੇ ਨੇ। ਇਹ ਗੱਲ ਮੈਂ ਤੁਹਾਡੇ ਨਾਲ ਇਸ ਕਰਕੇ ਕਹਿ ਰਿਹਾ ਕਿ ਜਿਹੜੀਆਂ ਵੱਡੀਆਂ ਕੌਮੀਅਤਾਂ ਹੁੰਦੀਆਂ ਨੇ ਉਹ ਛੋਟੇ ਖਿੱਤਿਆਂ ਦੇ ਉੱਪਰ ਕਾਬਜ ਹੋਣ ਦੇ ਵਾਸਤੇ ਜਿਹੜੀਆਂ ਛੋਟੀਆਂ ਕੌਮੀਅਤਾਂ ਨੇ ਜਿਹੜੀਆਂ ਆਪਸ 'ਚ ਸੰਗਠਿਤ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਖਤਮ ਕਿੰਨੇ ਸੌਖੇ ਤਰੀਕੇ ਦੇ ਨਾਲ ਕਰਦੀਆਂ ਨੇ। ਦੂਸਰੇ ਰੂਪ ਦੇ ਵਿੱਚ ਜਿਹੜੀਆਂ ਘੱਟ ਗਿਣਤੀ ਕੌਮੀਅਤਾਂ ਹੁੰਦੀਆਂ ਨੇ, ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਵਰਗੀ ਜਿਹੜੀ ਕੌਮ ਹੈ ਉਹਨੂੰ ਇਸ ਕਤਲੇਆਮ ਤੋਂ ਇਹ ਗੱਲ ਵੀ ਸਿੱਖਣੀ ਪਵੇਗੀ ਕਿ ਸੱਭਿਆਚਾਰ ਨੂੰ ਛੱਡ ਕੇ, ਆਪਣੇ ਸਮਾਜਿਕ ਨੈਤਿਕ ਕਦਰਾਂ ਕੀਮਤਾਂ ਨੂੰ ਛੱਡ ਕੇ ਤੁਸੀਂ ਕਦੀ ਵੀ ਆਪਣੇ ਜੀਵਨ ਜਾਂ ਕੌਮ ਦੀ ਹੋਂਦ ਨੂੰ ਬਰਕਰਾਰ ਨਹੀਂ ਰੱਖ ਸਕਦੇ। ਤੁਸੀਂ ਆਪਣੇ ਉਸ ਸੱਭਿਆਚਾਰ ਦੇ ਵਿੱਚ ਹੀ ਕੌਮ ਦੀਆਂ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਪ੍ਰਵਾਹਿਤ ਕਰ ਸਕਦੇ ਹੋ। ਤੇ ਅੱਜ ਦੇ ਸਮੇਂ ਦੇ ਵਿੱਚ ਕੇਵਲ ਤੇ ਕੇਵਲ ਸਰੀਰਕ ਤੌਰ ਤੇ ਬਲਵਾਨ ਹੋਣਾ ਹੀ ਜ਼ਰੂਰੀ ਨਹੀਂ, ਬਲਕਿ ਜੇਕਰ ਕੌਮੀਅਤ ਦੀ ਹੋਂਦ ਨੂੰ ਇਵੇਂ ਦੇ ਖਤਰਿਆਂ ਤੋਂ ਬਚਾਉਣਾ ਹੈ ਤਾਂ ਸਾਨੂੰ ਮਾਨਸਿਕ ਤੌਰ ਤੇ ਵੀ ਬਹੁਤ ਜ਼ਿਆਦਾ ਬਲਵਾਨ ਹੋਣ ਦੀ ਜਾਂ ਚੇਤਨ ਹੋਣ ਦੀ ਲੋੜ ਹੈ। ਸੋ ਅਸੀਂ ਗੱਲ ਕਰ ਰਹੇ ਸੀ ਕਿ 1867 ਦੇ ਵਿੱਚ ਤਕਰੀਬਨ ਜਿਹੜਾ ਕਹਿ ਸਕਦੇ ਹੋ ਕਿ ਉਹਨਾਂ ਨੇ ਉੱਥੇ ਰਾਜਸੀ ਢਾਂਚਾ ਆਪਣਾ ਸਿਰਜਿਆ ਤੇ ਉਹਦੇ ਤੋਂ 20 ਸਾਲ ਦੇ ਵਿੱਚ ਤਕਰੀਬਨ 1897 ਤੋਂ ਉਹਨਾਂ ਦੇ ਜਿਹੜੇ ਵੱਖ-ਵੱਖ ਧਾਰਮਿਕ ਗਰੁੱਪ ਸੀ, ਜਿਨ੍ਹਾਂ ਦੇ ਵਿੱਚ ਕੈਥੋਲਿਕ ਚਰਚ ਸੀ, ਯੂਨਾਈਟਿਡ ਚਰਚ ਸੀ, ਚਰਚ ਆਫ ਇੰਗਲੈਂਡ ਸੀ,
ਇਹਨਾਂ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਇੰਡੀਜੀਨਸ ਕਿਹਾ ਜਾਂਦਾ ਸੀ ਜਾਂ ਉੱਥੋਂ ਦੇ ਮੂਲ ਵਸਨੀਕ ਜਿਹੜੇ ਸੀ, ਉਹਨਾਂ ਲੋਕਾਂ ਦੇ ਇਲਾਕਿਆਂ ਦੇ ਵਿੱਚ ਸਕੂਲ ਬਣਾਉਣੇ ਸ਼ੁਰੂ ਕਰ ਦਿੱਤੇ। ਕੁਝ ਸਰੋਤਾਂ ਦੇ ਮੁਤਾਬਕ ਤਕਰੀਬਨ 130 ਤੋਂ ਉੱਪਰ ਸਕੂਲ ਜਿਹੜੇ ਸੀ ਜਿਨ੍ਹਾਂ ਨੂੰ ਰੈਜ਼ੀਡੈਂਸ਼ੀਅਲ ਸਕੂਲ ਕਿਹਾ ਜਾਂਦਾ ਸੀ, ਜਿੱਥੇ ਬੱਚਿਆਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ, ਭਾਵ ਕਿ ਜਿਸ ਤਰ੍ਹਾਂ ਅੱਜ ਅਸੀਂ ਆਪਣੇ ਬੱਚਿਆਂ ਨੂੰ ਹੋਸਟਲ ਦੇ ਵਿੱਚ ਰੱਖਦੇ ਹਾਂ, ਉਸ ਤਰ੍ਹਾਂ ਦੇ ਨਾਲ ਰੱਖਿਆ ਜਾਂਦਾ ਸੀ। ਸੋ ਇਹ ਜਿਹੜੇ ਸਾਰੇ ਸਕੂਲ ਸੀ, ਇਹਨਾਂ ਦੀ ਗਿਣਤੀ 130 ਤੋਂ ਉੱਪਰ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਸੋ ਇਹਨਾਂ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਨੂੰ ਰੱਖਿਆ ਜਾਂਦਾ ਸੀ, ਉਹ ਬੱਚੇ ਮੂਲ ਵਸਨੀਕਾਂ ਦੇ ਸਨ। ਤੇ ਇਹ ਜਿਹੜੇ ਮੂਲ ਵਸਨੀਕਾਂ ਦੇ ਬੱਚੇ ਸੀ, ਹੁਣ ਜੇ ਇਹਨਾਂ ਦੀ ਮੌਤ ਦਾ ਕਾਰਨ ਵੇਖੀਏ ਤਾਂ ਅਜੇ ਤੱਕ ਤਾਂ ਵੱਖ-ਵੱਖ ਕਬਰਾਂ ਦੇ ਵਿੱਚੋਂ ਇਹਨਾਂ ਦੀਆਂ ਹੱਡੀਆਂ ਜਾਂ ਇਹਨਾਂ ਦੇ ਸਕੈਲਟਨ ਜਾਂ ਜਿਹੜੇ ਮਨੁੱਖੀ ਜਿਹੜੀਆਂ ਹੱਡੀਆਂ ਦੇ ਜਿਹੜੇ ਉਹਨਾਂ ਦੇ ਅੰਗ ਹੀ ਬਰਾਮਦ ਹੋਏ ਨੇ, ਜਿਨ੍ਹਾਂ ਤੋਂ ਇਹ ਪਤਾ ਲੱਗ ਰਿਹਾ ਹੈ ਕਿ 3 ਸਾਲ ਤੋਂ ਲੈ ਕੇ ਉਸ ਤੋਂ ਵਡੇਰੀ ਉਮਰ ਤੱਕ ਜਿਹੜੇ ਟੀਨਏਜਰ ਬੱਚੇ ਸੀਗੇ, ਉਹਨਾਂ ਨੂੰ ਜਿਹੜਾ ਕਿ ਖਤਮ ਕਰਕੇ ਤੇ ਦਫਨ ਕਰ ਦਿੱਤਾ ਗਿਆ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਉਹਨਾਂ ਦੇ ਦਫਨ ਦੇ ਕਾਰਨ ਕੀ? ਜਾਂ ਤਾਂ ਬੱਚਿਆਂ ਦੇ ਉੱਪਰ ਤਸ਼ੱਦਦ ਕੀਤਾ ਗਿਆ, ਕਿਉਂਕਿ ਉਹਨਾਂ ਬੱਚਿਆਂ ਨੂੰ ਇਹਨਾਂ ਮੂਲ ਵਸਨੀਕਾਂ ਦੇ ਕੋਲੋਂ ਇਹ ਕਹਿ ਕੇ ਲਿਆ ਗਿਆ ਸੀ ਕਿ ਇਹਨਾਂ ਬੱਚਿਆਂ ਨੂੰ ਅਸੀਂ ਪੜ੍ਹਾਉਣਾ ਹੈ, ਅਸੀਂ ਧਰਮ ਦੀ ਵਿੱਦਿਆ ਦੇਣੀ ਹੈ, ਪਰ ਇਹਦੇ ਪਿੱਛੇ ਇਹਨਾਂ ਈਸਾਈ ਮਿਸ਼ਨਰੀਆਂ ਦਾ ਨਿਸ਼ਾਨਾ ਇਹ ਸੀ ਕਿ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਸੱਭਿਆਚਾਰ ਤੋਂ ਦੂਰ ਕਰ ਦਿੱਤਾ ਜਾਵੇ, ਜਿਹੜੇ ਉਹਨਾਂ ਦੇ ਸੱਭਿਆਚਾਰ ਦੇ ਵਿੱਚ ਬਹੁਤ ਸੌਖੇ ਇਮਰਜ ਹੋ ਸਕਣਗੇ, ਬਹੁਤ ਛੇਤੀ ਉਸ ਨੂੰ ਧਾਰਨ ਕਰ ਲੈਣਗੇ। ਹੋ ਸਕਦਾ ਉਹ ਜਿੰਦੇ ਵੀ ਰਹਿ ਗਏ ਹੋਣ, ਤੇ ਜਿਹੜੇ ਉਹਨਾਂ ਨੂੰ ਲੱਗਾ ਕਿ ਇਹ ਸਾਡੇ ਸੱਭਿਆਚਾਰ ਦੇ ਵਿੱਚ ਆਉਣ ਦੇ ਕਾਬਿਲ ਨਹੀਂ ਹੈ ਜਾਂ ਕਿਤੇ ਨਾ ਕਿਤੇ ਬਾਗੀ ਤਬੀਅਤ ਦੇ ਨੇ, ਹੋ ਸਕਦਾ ਖਾਤਮੇ ਦਾ ਕਾਰਨ ਉਹੀ ਵੀ ਹੋਵੇ। ਪਰ ਜਿਹੜੇ ਬਹੁਤ ਛੋਟੇ ਬੱਚੇ ਨੇ, ਜਿਸ ਤਰ੍ਹਾਂ 3 ਸਾਲ ਦੇ ਬੱਚੇ ਦੀ ਗੱਲ ਕੀਤੀ ਹੈ, ਉਹ ਹੋ ਸਕਦਾ ਉਹ ਬੱਚੇ ਹੋਣਗੇ ਜਿਨ੍ਹਾਂ ਨੂੰ ਮੌਕੇ ਸਿਰ ਬਿਮਾਰ ਹੋਣ ਦੇ ਉੱਪਰ ਇਲਾਜ ਨਹੀਂ ਕੀਤਾ ਹੋਵੇਗਾ। ਚਾਈਲਡ ਲੇਬਰ ਦੀ ਗੱਲ ਵੀ ਹੋ ਸਕਦੀ ਹੈ। ਵੱਖ-ਵੱਖ ਮੌਸਮੀ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਚੰਗੀ ਨਿਊਟ੍ਰੀਸ਼ਨ ਜਾਂ ਚੰਗੀ ਡਾਈਟ ਨਾ ਮਿਲਣਾ, ਚੰਗੇ ਕੱਪੜੇ ਨਾ ਮਿਲਣਾ, ਇਹ ਵੀ ਹੋ ਸਕਦਾ ਹੈ। ਜਿਹੜੇ ਉਸ ਵੇਲੇ ਦੇ ਅਮੀਰ ਲੋਕ ਸੀ, ਉਹਨਾਂ ਦੇ ਕੋਲੋਂ ਕੰਮ ਕਰਾਉਣਾ। ਸੋ ਇਹਦੇ ਪਿੱਛੇ ਕਾਰਨ ਕੀ ਨੇ ਕਿ ਇੰਨੀ ਵੱਡੀਆਂ ਜਿਹੜੀਆਂ ਕਹਿ ਸਕਦੇ ਹੋ ਕਿ ਗਿਣਤੀ ਦੇ ਵਿੱਚ ਮੌਤਾਂ ਹੋ ਜਾਣੀਆਂ? ਇਹ ਆਪਣੇ ਆਪ ਦੇ 'ਚ ਇੱਕ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਹੁਣ ਵੇਖੋ ਕਿ ਜਿਹੜਾ ਕੈਮਲੂਪਸ ਦਾ ਜਿਹੜਾ ਰੈਜ਼ੀਡੈਂਸ਼ੀਅਲ ਜਿਹੜਾ ਸਕੂਲ ਸੀ, ਉਹਦੀ ਕਬਰਗਾਹ ਜਿਹੜੀ ਹੈ ਉਹਦੇ ਵਿੱਚੋਂ 215 ਬੱਚਿਆਂ ਦੇ ਜਿਹੜੇ ਪਿੰਜਰ ਨੇ ਉਹ ਬਰਾਮਦ ਹੁੰਦੇ ਨੇ। ਇਸੇ ਤਰ੍ਹਾਂ ਦੇ ਨਾਲ ਸਸਕੈਚੁਅਨ ਦੇ ਵਿੱਚ ਤਕਰੀਬਨ 750 ਤੋਂ ਉੱਪਰ ਬੱਚਿਆਂ ਦੇ ਪਿੰਜਰ ਬਰਾਮਦ ਹੋਏ ਨੇ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਸ਼ਹਿਰ ਹੈ ਉਹਦੇ ਵਿੱਚ ਤਕਰੀਬਨ 250 ਦੇ ਕਰੀਬ ਜਾਂ 150 ਦੇ ਕਰੀਬ ਬੱਚਿਆਂ ਦੇ ਪਿੰਜਰ ਜਿਹੜੇ ਨੇ ਉਹ ਬਰਾਮਦ ਹੋਏ ਨੇ। ਸੋ ਕਿਤੇ ਨਾ ਕਿਤੇ ਇਹ ਮਨੁੱਖੀ ਅਧਿਕਾਰਾਂ ਦਾ ਇੱਕ ਬਹੁਤ ਵੱਡਾ ਘਾਣ ਹੈ। ਬੇਸ਼ੱਕ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਨਾਲ ਸੰਬੰਧਿਤ ਲੋਕ ਨੇ ਉਹ ਆਵਾਜ਼ ਉਠਾ ਵੀ ਰਹੇ ਨੇ, ਪਰ ਇੱਥੇ ਮੈਂ ਸੋਚਦਾ ਕਿ ਘੱਟ ਗਿਣਤੀ ਕੌਮੀਅਤਾਂ ਜਿਨ੍ਹਾਂ ਦੇ ਸੱਭਿਆਚਾਰ ਅੱਜ ਵੀ ਇਸੇ ਤਰ੍ਹਾਂ ਦੇ ਨਾਲ ਹੌਲੀ-ਹੌਲੀ ਖੁਰਦੇ ਜਾ ਰਹੇ ਨੇ, ਉਹਨਾਂ ਨੂੰ ਸਮਝਣ ਦੀ ਬੜੀ ਲੋੜ ਹੈ। ਕਿਉਂਕਿ ਕਿਸੇ ਸਮੇਂ ਅਫਰੀਕਾ ਦੇ ਇੱਕ ਬੜੇ ਵਿਦਵਾਨ ਡੈਸਮੰਡ ਟੂਟੂ ਨੇ ਆਪਣੀ ਕਹਿ ਸਕਦੇ ਹੋ ਕਿ ਵਾਰਤਾਲਾਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ ਸੀ। ਪ੍ਰਚਾਰ ਦੇ ਨਾਮ ਦੇ ਉੱਪਰ ਜਿਹੜੇ ਲੋਕ ਉੱਥੇ ਗਏ ਸੀ, ਉਹ ਕਹਿੰਦਾ ਕਿ ਜਦੋਂ ਉਹ ਪ੍ਰਚਾਰ ਕਰਨ ਦੇ ਵਾਸਤੇ ਆਏ, ਅਸੀਂ ਜ਼ਮੀਨਾਂ ਦੇ ਮਾਲਕ ਸੀ ਤੇ ਉਹਨਾਂ ਦੇ ਹੱਥ ਦੇ ਵਿੱਚ ਬਾਈਬਲ ਸੀ। ਉਹਨਾਂ ਨੇ ਸਾਨੂੰ ਅੱਖਾਂ ਬੰਦ ਕਰਨ ਦੇ ਵਾਸਤੇ, ਪ੍ਰੇਅਰ ਕਰਨ ਦੇ ਵਾਸਤੇ, ਪ੍ਰਾਰਥਨਾ ਕਰਨ ਦੇ ਵਾਸਤੇ ਕਿਹਾ। ਅਸੀਂ ਅੱਖਾਂ ਬੰਦ ਕਰਕੇ ਪ੍ਰਾਰਥਨਾ ਕੀਤੀ ਤੇ ਜਦੋਂ ਅੱਖਾਂ ਖੋਲ੍ਹੀਆਂ ਤਾਂ ਸਾਡੇ ਹੱਥਾਂ ਦੇ ਵਿੱਚ ਬਾਈਬਲ ਸੀ ਤੇ ਉਹਨਾਂ ਦੇ ਕੋਲ ਜ਼ਮੀਨਾਂ ਸਨ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਜਿਹੜੀਆਂ ਘੱਟ ਗਿਣਤੀ ਕੌਮਤਾਂ ਨੇ, ਜੇਕਰ ਉਹਨਾਂ ਨੇ ਸਮਾਜ ਦੇ ਵਿੱਚ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਤਾਂ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਖਾਂ ਖੋਲ੍ਹ ਕੇ ਰੱਖਣ ਦੀ ਲੋੜ ਹੈ। ਕਿਉਂਕਿ ਜਦੋਂ ਬਹੁਤ ਵੱਡੇ ਕਹਿ ਸਕਦੇ ਹੋ ਕਿ ਬਹੁਤ ਵੱਡੀਆਂ ਤਾਕਤਾਂ, ਵੱਡੇ ਸਨਅਤੀ ਘਰਾਣੇ ਤੇ ਵੱਡੀਆਂ ਜਿਹੜੀਆਂ ਕਹਿ ਸਕਦੇ ਹੋ ਕਿ ਦੁਨੀਆ ਦੀਆਂ ਤਾਕਤਾਂ ਇੱਕ ਪਾਸੇ ਹੁੰਦੀਆਂ ਨੇ ਕਿ ਜਦੋਂ ਉਹ ਵਨ ਵਰਡ, ਵਨ ਰੂਲ ਦੀ ਗੱਲ ਕਰਦੇ ਨੇ, ਉਹ ਨਿਊ ਵਰਲਡ ਆਰਡਰ ਦੀ ਗੱਲ ਕਰਦੇ ਨੇ, ਤਾਂ ਉਹਦੇ ਪਿੱਛੇ ਉਹਨਾਂ ਦੇ ਕੋਲ ਝੁਕਣ ਦੇ ਵਾਸਤੇ ਸਾਰਾ ਤੰਤਰ ਹੁੰਦਾ ਹੈ। ਦੂਜੇ ਬੰਨੇ ਜਿਹੜੀਆਂ ਘੱਟ ਗਿਣਤੀ ਕੌਮਤਾਂ ਹੁੰਦੀਆਂ ਨੇ, ਉਹ ਉਹਨਾਂ ਹੀ ਲੋਕਾਂ ਦੀਆਂ ਵਿੱਚ ਚਾਲਾਂ ਦੇ ਵਿੱਚ ਆ ਕੇ ਬਹੁਤ ਥੋੜ੍ਹੇ ਹਿੱਸਿਆਂ ਦੇ ਵਿੱਚ ਜਿਹੜੀਆਂ ਨੇ ਉਹ ਵੰਡੀਆਂ ਹੁੰਦੀਆਂ ਨੇ। ਬੇਸ਼ੱਕ ਕਿ ਕੈਨੇਡਾ ਦੇ ਵਿੱਚ ਤਾਂ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ NDP ਦੇ ਜਿਹੜੇ ਸਿੱਖ ਲੀਡਰ ਨੇ ਸਰਦਾਰ ਜਗਮੀਤ ਸਿੰਘ, ਉਹਨਾਂ ਨੇ ਵੀ ਬਹੁਤ ਵਧੀਆ ਰੂਪ ਦੇ ਵਿੱਚ ਉੱਥੇ ਆਵਾਜ਼ ਉਠਾਈ ਹੈ। ਤੇ ਹੋਰ ਵੀ ਜਿਹੜੀਆਂ ਉੱਥੇ ਕਹਿ ਸਕਦੇ ਹੋ ਕਿ ਘੱਟ ਗਿਣਤੀ ਕੌਮੀਅਤਾਂ ਨੇ, ਕਿਤੇ ਨਾ ਕਿਤੇ ਉਹਨਾਂ ਨੇ ਇਸ ਦੁੱਖ ਦੇ ਵਿੱਚ ਜਿਹੜੇ ਕੈਨੇਡਾ ਦੇ ਮੂਲ ਨਿਵਾਸੀ ਸੀ ਉਹਨਾਂ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਹੈ ਤੇ ਉਹਨਾਂ ਦੇ ਇਸ ਦੁੱਖ ਦੇ ਵਿੱਚ ਸ਼ਰੀਕ ਹੋਣ ਦੀ ਗੱਲ ਵੀ ਕੀਤੀ ਹੈ। ਪਰ ਮੈਂ ਸੋਚਦਾ ਕਿ ਇਸ ਸਾਰੇ ਵਰਤਾਰੇ ਤੋਂ ਸਾਡੇ ਵਰਗੀਆਂ, ਸਿੱਖਾਂ ਵਰਗੀਆਂ ਜਿਹੜੀਆਂ ਘੱਟ ਗਿਣਤੀ ਕੌਮੀਅਤਾਂ ਨੇ, ਇਹਨਾਂ ਨੂੰ ਸਬਕ ਸਿੱਖਣ ਦੀ ਲੋੜ ਹੈ ਕਿ ਜਿਹੜੀ ਗੱਲ ਡੈਸਮੰਡ ਨੇ ਕਹੀ ਸੀ ਨਾ
ਕਿ ਅੱਖਾਂ ਬੰਦ ਕੀਤੀਆਂ ਤੇ ਸਾਡੇ ਹੱਥਾਂ 'ਚ ਬਾਈਬਲ ਸੀ, ਉਹਨਾਂ ਦੇ ਕੋਲ ਜ਼ਮੀਨ ਸੀ। ਸੋ ਸੱਭਿਆਚਾਰ ਜਿਹੜੇ ਨੇ ਇਸ ਤਰ੍ਹਾਂ ਖੁੱਸ ਜਾਂਦੇ ਨੇ। ਇਹਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਕਿ ਜੇਕਰ ਅਸੀਂ ਆਪਣੀ ਵਿਚਾਰਧਾਰਾ ਆਪਣੇ ਸੱਭਿਆਚਾਰ ਦੇ ਵਿੱਚ ਪ੍ਰਫੁੱਲਤ ਨਹੀਂ ਕਰਾਂਗੇ ਤਾਂ ਦੂਜੇ ਸੱਭਿਆਚਾਰਾਂ ਦੇ ਵਿੱਚ ਜਾ ਕੇ ਇੰਨੀ ਜ਼ਿਆਦਾ ਕਈ ਵਾਰੀ ਡੈਸਪੀਰੇਸ਼ਨ ਹੁੰਦੀ ਹੈ ਕਿ ਅਸੀਂ ਆਪਣੇ ਮੂਲ ਸੱਭਿਆਚਾਰਕ ਤੇ ਆਪਣੇ ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਟੁੱਟ ਜਾਂਦੇ ਹਾਂ। ਸੋ ਅਖੀਰ ਦੇ ਵਿੱਚ ਜਿੱਥੇ ਅਸੀਂ ਉਹ 1000 ਤੋਂ ਵੱਧ ਬੱਚੇ ਜਿਨ੍ਹਾਂ ਦੀਆਂ ਜਾਨਾਂ ਇਸ ਕਰਕੇ ਗਈਆਂ ਕਿ ਦੁਬਾਰਾ ਕਿਤੇ ਉਹ ਆਪਣੀ ਕੌਮੀਅਤ ਦੀ ਆਵਾਜ਼ ਨਾ ਉਠਾ ਸਕਣ, ਜਿਨ੍ਹਾਂ ਦੀਆਂ ਜਾਨਾਂ ਇਸ ਕਰਕੇ ਗਈਆਂ ਕਿ ਬਹੁਤ ਵੱਡੇ ਪੂੰਜੀਵਾਦੀ ਘਰਾਣੇ ਉਹਨਾਂ ਮੂਲ ਵਸਨੀਕਾਂ ਦੀ ਜ਼ਮੀਨ ਦੇ ਉੱਪਰ ਕਾਬਜ਼ ਹੋਣਾ ਚਾਹੁੰਦੇ ਸੀ, ਜਿਨ੍ਹਾਂ ਦੀਆਂ ਜਾਨਾਂ ਇਸ ਕਰਕੇ ਗਈਆਂ ਕਿ ਉਹਨਾਂ ਬੱਚਿਆਂ ਦੇ ਕੋਲੋਂ ਉਹਨਾਂ ਦਾ ਧਰਮ ਤੇ ਉਹਨਾਂ ਦਾ ਸੱਭਿਆਚਾਰ ਖੋਹ ਲਿਆ ਜਾਵੇ। ਜਿੱਥੇ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੇ, ਅਸੀਂ ਉੱਥੇ ਇਹ ਵੀ ਅਰਦਾਸ ਕਰਦੇ ਹਾਂ ਕਿ ਜਿਹੜੀਆਂ ਜਥੇਬੰਦੀਆਂ ਮਨੁੱਖੀ ਹੱਕਾਂ ਦੇ ਵਾਸਤੇ ਉਹਨਾਂ ਬੱਚਿਆਂ ਦੇ ਬਾਰੇ ਆਵਾਜ਼ ਬੁਲੰਦ ਕਰ ਰਹੀਆਂ ਨੇ, ਜਿਸ ਤਰ੍ਹਾਂ ਕਿ ਉਹਨਾਂ ਦੀਆਂ ਜਥੇਬੰਦੀਆਂ ਵੀ ਜਿਹੜੀਆਂ ਨੇ ਉਹਨਾਂ ਨੇ ਵੀ ਕਿਹਾ ਕਿ ਜਦੋਂ ਤੱਕ ਇਹ ਸਾਰੇ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਬਣੇ ਸੀ ਉਹਨਾਂ ਦੀਆਂ ਜਿੰਨੀਆਂ ਵੀ ਕਬਰਗਾਹਾਂ ਨੇ ਉਹਨਾਂ ਨੂੰ ਖੋਦ ਕੇ ਜਾਂਚ ਨਹੀਂ ਹੁੰਦੀ ਤੇ ਸਾਰੇ ਜਿਹੜੇ ਪਿੰਜਰ ਨੇ ਉਹ ਬਰਾਮਦ ਕਰਕੇ ਸਾਨੂੰ ਬੱਚਿਆਂ ਦੀ ਗਿਣਤੀ ਦਾ ਪਤਾ ਨਹੀਂ ਲੱਗਦਾ ਕਿ ਕਿੰਨੇ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਜਾਂ ਕਿੰਨੇ ਬੱਚੇ ਇਸ ਤਰ੍ਹਾਂ ਦੇ ਨਾਲ ਖਪਾ ਦਿੱਤੇ ਗਏ, ਉਦੋਂ ਤੱਕ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਅਸੀਂ ਉਹਨਾਂ ਲਈ ਵੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਇਹ ਸੰਘਰਸ਼ ਕਰਨ ਦੀ ਬਲ ਬੁੱਧੀ ਤੇ ਸ਼ਕਤੀ ਦੇਵੇ। ਤੇ ਦੂਜੀ ਸਭ ਤੋਂ ਅਹਿਮ ਗੱਲ ਅਸੀਂ ਆਪਣੀ ਕੌਮੀਅਤ ਦੇ ਵਾਸਤੇ ਵੀ ਅਰਦਾਸ ਕਰਦੇ ਹਾਂ ਕਿ ਸਾਨੂੰ ਘੱਟ ਗਿਣਤੀਆਂ ਦੇ ਨਾਲ ਹੁੰਦੇ ਇਸ ਤਰ੍ਹਾਂ ਦੇ ਕਹਾਣ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਸੰਗਠਿਤ ਢਾਂਚੇ ਨੂੰ ਜ਼ਰੂਰ ਮਜ਼ਬੂਤ ਕਰੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।